विक्रम मजीठिया ने कहा कि पहले कांग्रेस सरकार चुनाव नहीं करना चाहती थी और अब जब चुनाव होने लगे हैं तो सुखबीर बादल पर हमला हुआ। उन्होंने कहा कि साफ मतलब है कि कांग्रेस सरकार चुनावों से भाग रही है। पहले कांग्रेस सरकार ने कुछ नहीं किया, पहले कांग्रेस सरकार की तरफ से विकास नहीं हुआ और अब चुनावों में गड़बड़ी फैलाई जा रही है। उन्होंने कहा कि श्रोमणी अकाली दल बादल गुंडागर्दी के खिलाफ बड़ी से बड़ी कुर्बानी देने को तैयार है। जहां पर यह घटना हुई है वह बॉर्डर स्टेट है। जलालाबाद में 3 लोगों को गोली लगी है और पुलिस को पहले ही सुखबीर बादल के कार्यक्रम का पता था, तो सुरक्षा तो सरकार ने ही देनी थी। वहीं पर गुंडे पहले से ही मौजूद थे, उनके पास सारे हथियार मौजूद थे। उन्होंने कहा कि कैप्टन अमरिंदर सिंह द्वारा पंजाब में गुंडागर्दी फैलाई जा रही है। जलालाबाद ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਤਾਂ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਕੌਣ ਲੋਕ ਸੀ ਕਿਉਂਕਿ ਕਾਂਗਰਸ ਦੇ ਵਿਧਾਇਕ ਕਹਿ ਰਹੇ ਕਿ ਸੁਖਬੀਰ ਜੀ ਗੁੱਡੇ ਨਾਲ ਲੈ ਕੇ ਉੱਥੇ ਪਹੁੰਚੇ। ਇਸ ਤਰ੍ਹਾਂ ਜੀ ਕਿ ਬੜੇ ਸਮੇਂ ਤੋਂ ਜੋ ਪੰਜਾਬ 'ਚ ਹਾਲਾਤ ਕਾਂਗਰਸ ਦੀ ਸਰਕਾਰ ਨੇ ਬਣਾਏ ਹੈ, ਲਾਅ ਐਂਡ ਆਰਡਰ ਦਾ ਜੋ ਫੇਲੀਅਰ ਹੈ ਉਹ ਸਾਰੀ ਦੇ ਸਾਹਮਣੇ ਹੈ ਸਾਰਿਆਂ ਦੇ। बड़े लंबे समय तो ऑपोजिशन पार्टीज ये गल कह रही है कि जेड़े स्टेट के होम मिनिस्टर ने वो मुख्यमंत्री साहब भी ने, चीफ मिनिस्टर साहब कैप्टन अमरिंदर सिंह अज 1.5 साल तो वध हो गया है, वो आपदे फार्म हाउस तो नहीं निकले। जेड़ा स्टेट का होम मिनिस्टर होवे, स्टेट का मुखिया होवे, आपदे घर चों ना निकले तो लॉ एंड ऑर्डर के जो हालात फिर जो बनने वो सारिਆਂ ਦੇ सामने। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਡਕੈਤੀ ਦੀਆਂ, ਲੁੱਟ ਦੀਆਂ, ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਹਰ ਤਰੀਕੇ ਦੀ ਸੁਵਿਧਾ ਮਿਲਣੀ, ਮੋਬਾਈਲ ਫੋਨ ਤੋਂ ਉਹਨਾਂ ਦੇ ਬਰਥਡੇ ਦੇ ਕੇਕ ਕੱਟੇ ਜਾਣੇ, ਦਿਨ ਦਿਹਾੜੇ ਮਰਡਰ ਹੋਣਾ, ਦਿਨ ਦਿਹਾੜੇ ਫਰੌਤੀ ਲਈ ਜਾਣੀ। ਇਹ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਚਿੰਤਾ ਪੈਦਾ ਹੋ ਰਹੀ ਸੀ। ਅੱਜ ਤੁਹਾਡੇ ਸਾਹਮਣੇ ਹੈ। ਪਹਿਲਾਂ ਤਾਂ ਇਹ ਇਲੈਕਸ਼ਨ ਡਿਲੇ ਕੀਤੀਆਂ ਗਈਆਂ, ਇਲੈਕਸ਼ਨ ਕਾਂਗਰਸ ਕਰਾ ਨਹੀਂ ਰਹੀ ਸੀ। ਜਦੋਂ ਦਬਾਅ ਪਿਆ ਤੇ ਇਲੈਕਸ਼ਨ ਦੀ ਡੇਟ ਲਾਣੀ ਗਈ, ਅੱਜ ਇੱਕ ਮਰਡਰਸ ਅਟੈਕ, ਇੱਕ ਉਹਨਾਂ ਤੇ ਜਾਨਲੇਵਾ ਹਮਲਾ ਜੇ ਸਾਬਕਾ ਡਿਪਟੀ ਚੀਫ ਮਿਨਿਸਟਰ ਤੇ ਹੋ ਸਕਦਾ ਹੈ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਮੁੱਖ ਸੇਵਾਦਾਰ ਨੇ, Z+ ਪ੍ਰੋਟੈਕਟੀ ਨੇ, ਕਾਗਜ਼ ਦਾਖਲ ਕਰਾਉਣ SDM ਦੇ ਦਫ਼ਤਰ ਗਏ ਆ, ਤੇ ਜੇ ਉਹਨਾਂ ਤੇ ਅਟੈਕ ਹੋ ਸਕਦਾ ਤੇ ਤੁਸੀਂ ਸਮਝਦੇ ਹੋ ਕਿਸੇ ਆਮ ਇਨਸਾਨ ਦੀ ਜਾਨ ਮਾਲ ਦੀ ਰੱਖਿਆ ਕਿਵੇਂ ਕਰੂ ਸਰਕਾਰ? ਉਹਨਾਂ ਦੇ ਕੀ ਹਾਲਾਤ ਹੋਣੇ? ਔਰ ਹਰ ਜਗ੍ਹਾ, ਕਿਉਂਕਿ ਕਾਗਜ਼ ਦਾਖਲ ਕਰਾਉਣ ਦਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ, ਕੱਲ ਵੀ ਜੋ ਮੇਰੇ ਕੋਲ ਖਬਰ ਆਈ ਹੈ, ਕੱਲ ਵੀ ਜਲਾਲਾਬਾਦ 'ਚ ਇਹੀ ਗੁੰਡਾਗਰਦੀ ਕਾਂਗਰਸੀਆਂ ਨੇ ਕੀਤੀ ਹੈ। मैं ਉਹੀ ਕਹਿ ਰਿਹਾ, ਇਹਦਾ ਸਪਸ਼ਟ ਮਤਲਬ ਕੀ ਹੈ ਕਿ ਕਾਂਗਰਸ ਚੋਣਾਂ ਤੋਂ ਭੱਜ ਰਹੀ ਹੈ। ਕਾਂਗਰਸ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ 4 ਸਾਲ ਅਸੀਂ ਕੁਝ ਨਹੀਂ ਕੀਤਾ, ਇੱਕ ਵਾਅਦਾ ਨਹੀਂ ਪੂਰਾ ਕੀਤਾ, ਲੋਕਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਝੂਠ ਬੋਲਿਆ। ਹੁਣ ਵੋਟਾਂ ਕੰਮਾਂ ਦੇ ਆਧਾਰ ਤੇ ਤਾਂ ਪੈਣੀਆਂ ਨਹੀਂ, ਲੋਕਾਂ ਨੂੰ ਡਰਾ ਧਮਕਾ ਕੇ, ਡੈਮੋਕ੍ਰੇਸੀ ਦਾ ਮਰਡਰ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਆ ਲੋਕਲ ਬਾਡੀ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਜਿੱਤ ਜਾਣ। ਮਗਰ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ, ਇਨਸਾਫ ਪਸੰਦ ਲੋਕ, ਲੋਕਤੰਤਰ 'ਚ ਵਿਸ਼ਵਾਸ ਕਰਨ ਵਾਲੇ ਲੋਕ ਇਸ ਗੁੰਡਾਗਰਦੀ ਦੇ ਖਿਲਾਫ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ। ਲੜਾਂਗੇ ਮਗਰ ਲੋਕਤੰਤਰ ਨੂੰ ਬਹਾਲ ਰੱਖਾਂਗੇ, ਕਿਉਂਕਿ ਇਹ ਬਾਰਡਰ ਸਟੇਟ ਹੈ। देखो जिथे सारी घटना वापरी है वो पाकिस्तान बॉर्डर तो 20 किलोमीटर की दूरी ते जे हालात बॉर्डर स्टेट के बने हैं, बॉर्डर डिस्ट्रिक्ट के बने हैं, तो तुसी आप हिसाब ला सकते हो कि की हालात सूबे के सारे दे बने हुए। देखो जी, 3 बंदियां दे गोली वजी है। सुखबीर सिंह जी बादल जेडे Z+ प्रोटेक्टी है, उन्हां दी गड्डी ते सिर्फ इसलिए हमला किया गया क्योंकि वो कागज दाखिल कराउण म्यूनिसिपल कमेटी की चोणां 'च जलालाबाद के कागज दाखिल कराउण उत्थे आ रहे सी। पुलिस नूं पहलां तो उन्हां दा प्रोग्राम गया होया सी, हुण कागज दाखिल कराउण सुभाविक SDM के दफ्तर जाना, उत्थे सिक्योरिटी किहने देनी है?
ਸਰਕਾਰ ਨੇ ਦੇਣੀ ਹੈ, ਰਿਟਰਨਿੰਗ ਅਫਸਰ ਨੇ ਦੇਣੀ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਦੇਣੀ ਹੈ, ਕਿਸੇ ਨੇ ਨਹੀਂ ਦੇਣੀ। ਕਿਉਂ ਨਹੀਂ? ਉਹਨਾਂ ਨੇ ਕਿਉਂ ਨਹੀਂ ਧਿਆਨ ਦਿੱਤਾ? ਗੁੰਡੇ ਪਹਿਲਾਂ ਉੱਥੇ ਪਹਿਲਾਂ ਤੋਂ ਮੌਜੂਦ ਸਨ। ਇੱਟਾਂ ਦਾ ਪ੍ਰਬੰਧ, ਵੈਪਨ ਦਾ ਪ੍ਰਬੰਧ, ਲਾਠੀਆਂ ਦਾ ਪ੍ਰਬੰਧ। ਮੇਰੇ ਕੋਲ ਤਾਂ ਇੱਥੋਂ ਤੱਕ ਖਬਰ ਹੈ ਕਿ ਪੈਟਰੋਲ ਬੰਬ ਤੱਕ ਦੀ ਤਿਆਰੀ ਸੀ। ਉਹ ਤਾਂ ਰੌਲਾ ਇੰਨਾ ਪੈ ਗਿਆ ਕਿ ਉਹ ਘਬਰਾ ਗਏ ਤੇ ਆਪ ਦੀ ਪੂਰੀ ਕਾਰਵਾਈ ਨੂੰ ਅੰਜਾਮ ਨਹੀਂ ਦੇ ਸਕੇ। ਫਾਇਰਿੰਗ ਹੋ ਗਈ, ਬੰਦਿਆਂ ਦੇ ਗੋਲੀ ਲੱਗ ਗਈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਬੰਦਿਆਂ ਦੀ ਜਾਨ ਬਚ ਗਈ ਹੈ। ਮਗਰ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਗੁੰਡਾਗਰਦੀ ਕਰਾਈ ਜਾ ਰਹੀ ਹੈ, ਫੈਲਾਈ ਜਾ ਰਹੀ ਹੈ, ਜੋ ਲੌਲੈਸਨੈਸ ਪੰਜਾਬ 'ਚ ਫੈਲਾਈ ਜਾ ਰਹੀ ਹੈ, ਇਹਦੇ ਨਾਲ ਪੰਜਾਬ ਦਾ ਅਕਸ਼, ਪੰਜਾਬ 'ਚ ਨਿਵੇਸ਼, ਪੰਜਾਬ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਆ। ਇਹ ਅੱਜ ਸਥਿਤੀ ਸਪਸ਼ਟ ਹੋ ਰਹੀ ਹੈ। ਸਰਕਾਰ ਆਪਣੀ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਕੀ ਮੰਗ ਕਰੋਗੇ ਸਰ? ਦੇਖੋ, ਅਸੀਂ ਪਹਿਲਾਂ ਹੀ ਸਾਨੂੰ ਇਹਨਾਂ ਗੱਲਾਂ ਦਾ ਖਦਸ਼ਾ ਸੀ। ਇਹ ਨਹੀਂ ਅਸੀਂ ਰਿਅਲਾਈਜ਼ ਕੀਤਾ ਸੀ ਕਿ ਇਹਨਾਂ ਨੇ ਮਤਲਬ ਐਸਡੀਐਮ ਦੇ ਦਫ਼ਤਰ ਅੰਦਰ ਵੀ ਇਹ ਕੁਝ ਕਰ ਦੇਣਾ। ਅਸੀਂ ਪੈਰਾ ਮਿਲਟਰੀ ਫੋਰਸਿਸ ਦੀ ਮੰਗ ਕੀਤੀ ਸੀ, ਲਿਖਤੀ ਦੇ ਕੇ ਆਏ ਸਾਂ ਇਲੈਕਸ਼ਨ ਕਮਿਸ਼ਨ ਕੋਲ। ਔਰ ਇਹ ਇਲੈਕਸ਼ਨ ਕਮਿਸ਼ਨ ਦਾ ਵੀ ਬਹੁਤ ਵੱਡਾ ਫੇਲਿਅਰ ਜਗਪਾਲ ਸੰਧੂ ਸਾਹਿਬ ਦਾ ਹੈ ਕਿ ਜੇ ਉਹ ਲੋਕਤੰਤਰ ਨੂੰ ਨਹੀਂ ਬਹਾਲ ਰੱਖ ਸਕਦੇ, ਜੇ ਵਿਦਆਊਟ ਫੀਅਰ ਐਂਡ ਪ੍ਰੈਜੁਡਿਸ, ਬਗੈਰ ਕਿਸੇ ਡਰ ਤੋਂ ਬੰਦਾ ਵੋਟ ਨਹੀਂ ਪਾ ਸਕਦਾ, ਤੇ ਫਿਰ ਸੁਭਾਵਿਕ ਹੈ ਲੋਕਤੰਤਰ ਦੀਆਂ ਧੱਜੀਆਂ ਉਡਾਉਣ 'ਚ ਤਾਂ ਫਿਰ ਸਭ ਦਾ ਰੋਲ ਸਾਹਮਣੇ ਆ ਰਿਹਾ। ਸਰਕਾਰ ਆਪ ਹੀ ਮਾਹੌਲ ਖਰਾਬ ਕਰ ਰਹੀ ਹੈ ਕਿਉਂਕਿ ਉਹਨੂੰ ਆਪਣੀ ਦੇਖੋ, ਇੱਕ ਮੇਰੀ ਗੱਲ, ਬਿਲਕੁਲ ਕਾਂਗਰਸ ਦੀ ਹਾਰ, ਆਪਣੀ ਹਾਰ ਵੇਖਦੇ ਕਾਂਗਰਸ ਦੀ ਬਖਲਾਹਟ ਤਦੇ ਪਹਿਲਾਂ ਚੋਣਾਂ ਨਹੀਂ ਹੋਣ ਦਿੱਤੀਆਂ। ਇਹ ਆਲਰੇਡੀ ਚੋਣਾਂ ਸਾਲ ਤੋਂ ਵੱਧ ਡਿਲੇਡ ਹੈ ਔਰ ਚੋਣਾਂ ਜੇ ਹੋ ਰਹੀਆਂ ਨੇ, ਜੇ ਇੱਕ ਸਾਬਕਾ ਡਿਪਟੀ ਸੀਐਮ ਤੇ ਇਸ ਤਰੀਕੇ ਨਾਲ ਜਾਨਲੇਵਾ ਹਮਲਾ ਹੋ ਸਕਦਾ ਤੇ ਸਧਾਰਨ ਬੰਦਾ ਸੁਰੱਖਿਅਤ ਹੈ ਜੀ? ਇੱਕ ਦੁਕਾਨਦਾਰ ਜਾਂ ਇੱਕ ਰੇਹੜੀ ਲਾਉਣ ਵਾਲਾ ਜਾਂ ਇੱਕ ਨੌਕਰੀ ਕਰਨ ਵਾਲਾ, ਉਹਦੇ 'ਚ ਇੰਨੀ ਹਿੰਮਤ ਹੈ ਕਿ ਉਹ ਸਰਕਾਰ ਨੂੰ ਟੇਕ ਔਨ ਕਰਕੇ ਆਪਦੀ ਵਿਦਆਊਟ ਕਿਸੇ ਡਰ ਤੋਂ ਵੋਟ ਪਾ ਜਾਊਗਾ? ਪਰ ਸਰ ਜੀ, ਕਾਗਜ਼ ਦਾਖਲ ਕਰਨ ਲੱਗਿਆ ਇਦਾਂ ਦੇ ਮਾਹੌਲ ਹੈ ਤੇ ਚੋਣਾਂ ਜਿੱਦਣ ਹੋਣਗੀਆਂ ਉਹਨੂੰ ਤੁਸੀਂ ਕਿੱਦਾਂ ਦੇਖਦੇ? ਮੈਂ ਸਰ ਆਹੀ ਬੇਨਤੀ ਤੁਹਾਨੂੰ ਕਰ ਰਿਹਾ। ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਕਾਗਜ਼ ਦਾਖਲ ਕਰਾਉਣ ਲਈ ਡੀਸੀ ਐਸਡੀਐਮ ਦੇ ਦਫ਼ਤਰਾਂ 'ਚ ਇਹ ਹਾਲ ਹੈ ਤੇ ਤੁਸੀਂ ਸਮਝਦੇ ਹੋ ਕਿ ਵੋਟਾਂ ਪੈ ਜਾਣਗੀਆਂ 14 ਦਿਨਾਂ 'ਚ? ਲੋਕਾਂ ਦੇ ਨਾਲ ਕੀ ਕੁਝ ਕੀਤਾ ਜਾਊਗਾ? ਬਿਜਲੀ ਵਾਲੇ, ਬੱਤੀ ਵਾਲੇ, ਵੇਟ ਐਂਡ ਮੈਜਰ ਵਾਲੇ, ਹੈਲਥ ਮਹਿਕਮੇ ਵਾਲੇ, ਹਰੇਕ ਤਰੀਕੇ ਨਾਲ ਪੁਲਿਸ ਨੂੰ ਹਰੇਕ ਤਰੀਕੇ ਦੇ ਹਥਕੰਡੇ ਅਪਣਾਏ ਜਾ ਰਹੇ ਆ। ਜਿਹੜਾ ਨਹੀਂ ਮੰਨਦਾ ਇਹਨਾਂ ਨੂੰ ਵੋਟ ਪਾਉਣ ਨੂੰ, ਉਹਦੀ ਦੁਕਾਨ ਬੰਦ, ਉੱਤੇ ਬਿਜਲੀ ਦਾ ਰੇਡ, ਉੱਤੇ ਪੁਲਿਸ ਦਾ ਰੇਡ, ਉਸ ਤੇ ਐਕਸਾਈਜ਼ ਦਾ ਰੇਡ। ਮਤਲਬ ਕੋਈ ਕੰਮ, ਕੋਈ ਮਹਿਕਮਾ ਛੱਡਿਆ ਹੀ ਨਹੀਂ ਜਿਹਦਾ ਰੇਡ ਨਹੀਂ ਹੋ ਰਿਹਾ। ਔਰ ਜਦ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਤੋਂ ਫੇਲ ਹੋ ਗਈ ਸੀ ਕਾਂਗਰਸ, ਅੱਜ ਆਵਲਾ, ਉਹਦਾ ਮੁੰਡਾ, ਉਹਦੀ ਮੁੰਡੇ ਸਾਹਮਣੇ ਉੱਥੇ ਆ, ਜਿਹਨੇ ਜਾ ਕੇ ਸਾਰੀ ਪਹਿਲਾਂ ਤਿਆਰੀ ਕੀਤੀ। ਔਰ ਤੁਸੀਂ ਵੇਖੋ Z+ ਪ੍ਰੋਟੈਕਟੀ ਦਾ ਸਾਰਾ ਪ੍ਰੋਗਰਾਮ ਐਸਐਸਪੀ ਸਾਹਿਬ ਕੋਲ ਸੀ। ਐਸਐਸਪੀ ਸਾਹਿਬ ਦਾ ਫੇਲੀਅਰ ਵੇਖ ਲਓ ਕਿ ਸਾਰਾ ਕੁਝ ਉੱਥੇ ਇਕੱਠਾ ਹੋ ਗਿਆ। ਵੈਪਨ ਕਿੱਥੋਂ ਆ ਗਏ ਉੱਥੇ, ਪੱਥਰ ਕਿੱਥੋਂ ਆ ਗਏ? ਤੇ ਉਹ ਕੀ ਪੁਲਿਸ ਸੁੱਤੀ ਪਈ ਸੀ ਕਿ ਪੁਲਿਸ ਨਾਲ ਹੋ ਕੇ ਤਿਆਰੀ ਕਰਾ ਰਹੀ ਸੀ? ਪੁਲਿਸ ਨਾਲ ਹੋ ਕੇ ਤਿਆਰੀ ਕਰਾ ਸੀ। ਪੁਲਿਸ ਤੇ ਇਸ ਤਰੀਕੇ ਦਾ ਦਬਾਅ, ਜਦੋਂ ਸਟੇਟ ਦੀ ਪੁਲਿਸ ਨੇ ਸਟੇਟ ਦੇ ਮੁੱਖ ਮੰਤਰੀ ਦੇ ਹਿਸਾਬ ਨਾਲ ਚੱਲਣਾ, ਫਿਰ ਲਾਅ ਐਂਡ ਆਰਡਰ ਦੀ ਧੱਜੀਆਂ ਔਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਿੱਥੋਂ ਹੋਣੀ? ਮਗਰ ਸ਼੍ਰੋਮਣੀ ਅਕਾਲੀ ਦਲ ਪਿੱਛੇ ਨਹੀਂ ਹਟੂਗਾ। ਸਾਡੇ ਕੈਂਡੀਡੇਟ ਵਰਕਰ ਮਰਨ ਨੂੰ ਤਿਆਰ ਨੇ, ਮਗਰ ਲੋਕਤੰਤਰ ਦੀ ਬਹਾਲੀ ਵਾਸਤੇ ਹਰ ਤਰੀਕੇ ਦੀ ਕੁਰਬਾਨੀ ਔਰ ਲੜਾਈ ਲੜਾਂਗੇ। ਪਾਰਟੀ ਲੈਵਲ ਤੇ ਹੁਣ ਕੀ ਰਹੇਗਾ ਅਕਾਲੀ ਦਲ ਦਾ, ਕੀ ਰੁਖ ਰਹੇਗਾ? ਕੱਲ ਨੋਮੀਨੇਸ਼ਨ ਫਾਈਲ ਹੋ ਜਾਂਦੀ ਹੈ ਤੇ ਉਸ ਜਗ੍ਹਾ ਤੇ ਜਿੱਥੇ ਪਿੱਕੀ ਇਵੈਂਟ ਵੀ ਆ ਉੱਥੇ ਇੱਕ ਵੀ ਨੋਮੀਨੇਸ਼ਨ ਫਾਈਲ ਨਹੀਂ ਹੋ ਸਕੀ। ਅਗਲਾ ਰੁਖ ਕੀ ਰਹੇਗਾ ਕੱਲ ਤੱਕ ਦਾ? ਰਣਨੀਤੀ ਕੀ ਰਹੇਗੀ? ਤੁਸੀਂ ਕਿਸ ਤਰ੍ਹਾਂ ਨਾਲ ਹਾਲਾਤਾਂ ਨਾਲ ਨਜਿੱਠੇ? ਦੇਖੋ, ਸਭ ਤੋਂ 2-3 ਗੱਲਾਂ ਨੇ ਜੀ। ਸਭ ਤੋਂ ਪਹਿਲਾਂ ਤਾਂ ਅੱਜ ਜੋ ਹੋਇਆ ਉਸ ਇਨਸੀਡੈਂਟ ਦੇ ਸਾਹਮਣੇ ਅਸੀਂ ਉੱਥੇ ਧਰਨਾ ਲਾਤਾ ਔਰ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਐਕਸ਼ਨ ਪੁਲਿਸ ਦੀ ਨਲਾਇਕੀ ਦਾ ਔਰ ਜਿਨ੍ਹਾਂ ਨੇ ਕਾਰਵਾਈ ਕੀਤੀ, ਆਵਲਾ ਤੇ ਉਹਦਾ ਮੁੰਡਾ ਤੇ ਹੋਰ ਕਾਂਗਰਸੀ ਗੁੰਡੇ, ਉਹਨਾਂ ਦੇ ਖਿਲਾਫ ਪਰਚਾ ਦਰਜ ਨਹੀਂ ਹੁੰਦਾ। ਜਿੱਥੇ ਭਿੱਖੀਵਿੰਡ ਦੀ ਗੱਲ ਹੈ, ਜਾਂ ਮੇਰੇ ਕੋਲ ਹੁਣੇ ਫਿਰੋਜ਼ਪੁਰ ਦੀ ਵੀ ਖਬਰ ਆਈ ਹੈ, ਸਾਡੇ ਸਾਬਕਾ ਵਜ਼ੀਰ ਜਨਮੇਜਾ ਸਿੰਘ ਸੇਖੋ ਸਾਹਿਬ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਕਿਉਂਕਿ ਕਾਗਜ਼ ਦਾਖਲ ਕਰਾਉਣ ਚੱਲੇ ਸੀ। ਇਹਨਾਂ ਹਾਲਾਤਾਂ 'ਚ ਦੋ ਗੱਲਾਂ ਸਪਸ਼ਟ ਨੇ ਕਿ ਕਾਂਗਰਸ ਚੋਣਾਂ ਤੋਂ ਭੱਜ ਗਈ ਹੈ, ਫ੍ਰੀ ਐਂਡ ਫੇਅਰ ਇਲੈਕਸ਼ਨਸ ਤੋਂ। ਦੂਜੀ ਗੱਲ, ਇਲੈਕਸ਼ਨ ਕਮਿਸ਼ਨ ਨੂੰ ਪਟੀਸ਼ਨ ਕਰਾਂਗੇ ਕਿ ਇਸ ਤਰ੍ਹਾਂ ਕੀ ਲੋਕਤੰਤਰ ਬਚ ਜੂ?
ਇਸ ਲਈ ਅਸੀਂ ਜੋ ਸਾਡੇ ਕੋਲ ਸੰਵਿਧਾਨਕ ਹੱਕ ਨੇ, ਅਸੀਂ ਅੱਜ ਆਨਰੇਬਲ ਸਪੀਕਰ ਨੂੰ ਵੀ ਚਿੱਠੀ ਲਿਖੀ ਹੈ, ਕਿਉਂਕਿ ਸੁਖਬੀਰ ਜੀ ਕੱਲ੍ਹ ਤੱਕ ਪਾਰਲੀਮੈਂਟ 'ਚ ਸੀ, ਅੱਜ ਹੀ ਸਵੇਰੇ ਉੱਥੋਂ ਆਏ ਸੀ ਇੱਥੇ, ਕਿਉਂਕਿ ਇਹ ਗੱਲ ਦਾ ਖਦਸ਼ਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਇਹਨਾਂ ਨੇ ਕਾਗਜ਼ ਦਾਖਲ ਨਹੀਂ ਕਰਨ ਦੇਣੇ। ਸੋ ਸਾਰਿਆਂ ਦੀ ਮੰਗ ਸੀ ਕਿ ਫਿਰੋਜ਼ਪੁਰ ਦੀਆਂ ਜਿੰਨੀਆਂ ਸੀਟਾਂ ਨੇ MP ਸਾਹਿਬ ਆਪ ਚੱਲਣ, ਤੇ ਸ਼ਾਇਦ MP ਸਾਹਿਬ ਦੇ ਕਰਕੇ ਇਹ ਹਾਲਾਤ ਪੈਦਾ ਨਹੀਂ ਹੋਣਗੇ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਾਂਗਰਸ ਨੇ ਜੋ ਆਪਦੀ ਮਨਸ਼ਾ ਸੀ ਉਹ ਸਾਫ਼ ਕਰਤੀ ਅੱਜ ਗੁੰਡਾਗਰਦੀ। ਖਤਰਾ ਪੈਦਾ ਹੋ ਗਿਆ ਹਾਂਜੀ, ਲੋਕਤੰਤਰ ਨੂੰ ਖਤਰਾ ਪੈਦਾ ਹੋ ਗਿਆ ਜੇ ਐਸੇ ਦੇ ਲੋਕਤੰਤਰ ਤਾਂ ਪੰਜਾਬ 'ਚ ਰਿਹਾ ਹੀ ਨਹੀਂ ਜੀ। ਦੇਖੋ ਇੰਡਸਟਰੀ ਦੇ ਕੀ ਹਾਲਾਤ ਕੀਤੇ ਜਾ ਰਹੇ ਆ, ਲੋਕਾਂ ਦੇ ਨਾਲ ਰੋਜ਼ ਦਿਨ ਦਿਹਾੜੇ ਫਰੌਤੀ। ਇੱਕ ਇੱਥੇ ਮੰਤਰੀ ਸਾਹਿਬ ਨੇ, ਉਹਨਾਂ ਦੀ ਉਹ ਫੋਟੋ ਵਾਇਰਲ ਹੋਈ ਆ, ਉਹ ਗੈਂਗਸਟਰ ਤਾਂ ਉਹਨਾਂ ਨੂੰ ਸਲਾਹ ਦੇ ਰਿਹਾ ਕਿ ਜੇਲ੍ਹਾਂ ਦਾ ਪ੍ਰਸ਼ਾਸਨ ਕਿਵੇਂ ਚੱਲਣਾ ਚਾਹੀਦਾ। ਜੇਲ੍ਹਾਂ ਦੇ ਅੰਦਰੋਂ ਤੇ ਮੰਤਰੀ ਰਲ ਕੇ ਤਾਂ ਗੁੰਡਾਗਰਦੀ ਕਰ ਰਹੇ ਆ। ਇਹ ਸਾਹਮਣੇ ਆ, ਤੁਹਾਡੇ ਸਾਹਮਣੇ। ਅੱਜ ਉਹਨਾਂ ਦਾ ਹੌਲਾ ਜਿਹਾ ਕਾਕਾ, ਉਹ ਮੈਂ ਤਾਂ ਉਹਦੀ ਫੋਟੋ ਵੇਖੀ ਆ, ਮੈਨੂੰ ਲੱਗਦਾ 40 ਕਿਲੋ ਭਾਰ ਨਹੀਂ ਹੋਣਾ। ਉਹਦੇ 'ਚ ਵਿਚਾਰੇ 'ਚ ਕਿੱਥੋਂ ਇੰਨੀ ਹਿੰਮਤ ਆ ਜਾਣੀ ਸੀ। ਸੁਭਾਵਿਕ ਹੈ, ਪੁਲਿਸ ਦੀ ਸਪੋਰਟ ਹੈ, ਤਦੇ ਆ ਚਿੜੀ ਜਿੰਨਾ ਮੁੰਡਾ ਐਡਾ ਆਪਦਾ ਦਿਖਾ ਰਿਹਾ ਜ਼ੋਰ। ਇਹ ਗੱਲਾਂ ਬੜੇ ਅਫਸੋਸ ਦੀ ਗੱਲ ਹੈ। ਤੁਸੀਂ ਲੋਕਤੰਤਰ ਨੂੰ ਮਾਰੋਗੇ ਬਾਰਡਰ ਸਟੇਟ 'ਚ, ਇਹਦਾ ਫਾਇਦਾ ਵਿਰੋਧੀ ਮੁਲਕ, ਵਿਰੋਧੀ ਦੇਸ਼ ਉਠਾਊਗਾ, ਔਰ ਉਹਦੇ ਨਾਲ ਨੁਕਸਾਨ ਦੇਸ਼ ਦਾ ਹੋਊਗਾ, ਪੰਜਾਬ ਦਾ ਹੋਊਗਾ। ਪੰਜਾਬ ਸਰਕਾਰ ਆਪ ਹੀ ਮਾਹੌਲ ਖਰਾਬ ਕਰ ਰਹੀ ਹੈ ਸਟੇਟ ਦਾ। ਯਾਰ SDM ਦੇ ਦਫ਼ਤਰ ਦੀ ਸਿਕਿਉਰਿਟੀ ਕਿਹਦੀ ਹੈ? ਸਟੇਟ ਦੀ ਸਿਕਿਉਰਿਟੀ ਕਿਹਦੀ ਹੈ? ਜਿੱਥੇ ਨੋਮੀਨੇਸ਼ਨ ਫਾਈਲ ਹੋਣੇ, ਜੇ ਉੱਥੇ ਹਾਲਾਤ ਹੈ ਤੇ ਬਾਕੀ ਸਟੇਟ ਦੀ ਤਾਂ ਗੱਲ ਹੀ ਛੱਡ ਦਿਓ, ਕੀ ਹਾਲਾਤ ਹੋਣੇ। ਸਾਹਿਬ ਅਕਾਲੀ ਆਗੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾ ਰਹੇ ਕਾਂਗਰਸ? ਉਹ ਦੂਜੇ ਤਾਂ ਉਹਨਾਂ ਦੇ ਯਾਰ ਨੇ, ਉਹ ਤਾਂ ਲੜ ਵੀ ਨਹੀਂ ਰਹੇ। ਤੁਹਾਨੂੰ ਫੜ ਕੇ ਕਿਤੇ ਸਾਡੇ ਅੰਮ੍ਰਿਤਸਰ 'ਚ ਤਾਂ ਮੈਂ ਕਿਤੇ ਨਹੀਂ ਵੇਖੇ, ਕਿਤੇ ਖਬਰ ਵੀ ਆਈ ਆ, ਸਿਵਾਏ ਅਖਬਾਰਾਂ ਤੱਕ ਸੀਮਿਤ ਰਹਿ ਕੇ ਬਿਆਨ ਦੇਣ ਤੱਕ ਨਹੀਂ। ਔਰ ਜੇ ਉਹ ਸੀਰੀਅਸਲੀ ਇਲੈਕਸ਼ਨ ਲੜ ਰਹੇ ਹੁੰਦੇ ਤੇ ਪ੍ਰੋਬਲਮ ਉਹਨਾਂ ਨੂੰ ਵੀ ਸਾਹਮਣੇ ਆ ਜਾਂਦੀ। ਮਗਰ ਕਿਉਂਕਿ ਉਹਨਾਂ ਨਾਲ ਫਿਕਸਡ ਮੈਚ ਹੈ ਕਿ ਇਹ ਕਾਮਯਾਬ ਹੋ ਜਾਣ, ਆਪ ਵਾਲੇ ਹੋ ਜਾਣ, ਸਾਡੀ ਕਾਂਗਰਸ ਦੀ B ਟੀਮ ਹੈ, ਮਗਰ ਸ਼੍ਰੋਮਣੀ ਅਕਾਲੀ ਦਲ ਵਾਲਾ ਨਹੀਂ ਲੜਨਾ ਹੋਣਾ ਚਾਹੀਦਾ। ਵਿਰੋਧੀ ਦੇਸ਼ ਤੁਸੀਂ ਕਿਹਾ ਜੀ, ਉਹ ਕਿੱਥੇ ਫਾਇਦਾ ਲੈ ਸਕਦੇ? ਹਾਂਜੀ, ਵਿਰੋਧੀ ਦੇਸ਼ ਹੈ ਤੁਸੀਂ ਕਿਹਾ ਹੋਣੇ ਕਿ ਵਿਰੋਧੀ ਦੇਸ਼ ਫਾਇਦਾ ਚੁੱਕ ਯਾਰ ਜੇ ਬਾਰਡਰ ਸਟੇਟ 'ਚ, ਬਾਰਡਰ ਡਿਸਟ੍ਰਿਕਟ 'ਚ ਲਾਅ ਐਂਡ ਆਰਡਰ ਦਾ ਇਸ਼ੂ ਖੜਾ ਹੋਊਗਾ ਤੇ ਤਾਰਾਂ ਤੋਂ ਪਾਰ ਦੀ ਤਾਂ ਰੋਜ਼ ਖਬਰਾਂ ਲੱਗ ਰਹੀਆਂ ਨੇ, ਉਹਦਾ ਨਜਾਇਜ਼ ਫਾਇਦਾ ਕੌਣ ਉਠਾਊਗਾ? ਲੱਗਦਾ ਕਾਲੇ ਦਿਨ ਆ ਸਕਦੇ ਦੁਬਾਰਾ ਜੀ। ਦੇਖੋ, ਅਸੀਂ ਨਹੀਂ ਚਾਹੁੰਦੇ ਕਾਲੇ ਦਿਨ ਆਉਣ, ਮਗਰ ਜੇ ਮੁੱਖ ਮੰਤਰੀ ਇਸ ਤਰ੍ਹਾਂ ਕੰਮ ਕਰਨ ਦੀ ਨੀਂਦ ਸੁੱਤੇ ਰਹਿਣਗੇ ਤੇ ਫਿਰ ਤਾਂ ਕੁਝ ਵੀ ਹੋ ਸਕਦਾ। ਸਭ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਨਾ ਤਾਂ ਗਏ ਆ ਆਪਦੇ ਦਫ਼ਤਰ, 2.5 ਸਾਲ ਹੋ ਗਏ, ਘਰ ਉਹਨਾਂ ਨੇ ਮੁੱਖ ਮੰਤਰੀ ਵਾਲਾ ਛੱਡਤਾ। ਪ੍ਰਤਾਪ ਬਾਜਵਾ ਜੀ ਦੱਸਦੇ ਕਿ ਜੰਗਲ 'ਚ ਮੰਗਲ ਹੋਇਆ ਖੜਾ, ਤੇ ਫਿਰ ਇਹਨਾਂ ਹਾਲਾਤਾਂ 'ਚ ਕਿੱਥੋਂ ਸਟੇਟ ਚੱਲਣਾ? ਡਾਕਟਰ ਰਾਜਪਾਲ ਵੇਰਕਾ ਦੀ ਸਟੇਟਮੈਂਟ ਆਈ ਹੈ, ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਇਹ ਕਿ ਗੁੰਡਾ ਅਨਸਰ ਜਿਹੜੇ ਉਹ ਅਕਾਲੀ ਦਲ ਲਿਆ ਸੀ, ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ। ਚਲੋ ਹੁਣ ਰਾਜਕੁਮਾਰ ਜੀ ਤੇ ਹੋਰ ਕੀ ਕਹਿਣਗੇ, ਬੁਲਾਰੇ ਨੇ ਕਾਂਗਰਸ ਦੇ। ਫਾਇਰਿੰਗ ਹੁੰਦੀ ਵੀਡੀਓ ਸਾਹਮਣੇ ਆ ਗਈ ਆ, ਸਾਹਮਣੇ ਕਲੀਅਰਲੀ 4 ਸ਼ਾਟਸ ਸੁਣੇ ਜਾ ਰਹੇ, ਜਿਹਦੇ ਗੋਲੀ ਵੱਜੀ ਆ, ਮਤਲਬ ਉਹਨੇ ਡਰਾਮਾ ਹੀ ਰਚਤਾ। ਰੱਬ ਦਾ ਵਾਸਤਾ ਹੈ ਰਾਜਕੁਮਾਰ ਜੀ ਨੂੰ ਕਿ ਠੀਕ ਹੈ, ਤੁਸੀਂ ਆਪਦੀ ਕਾਂਗਰਸ ਦੀ ਕਮਜ਼ੋਰੀ ਲੁਕਾਉਣੀ ਤੁਹਾਡੀ ਮਜਬੂਰੀ ਆ, ਭਾਵੇਂ ਵਜ਼ੀਰ ਤਾਂ ਤੁਹਾਨੂੰ ਵੀ ਨਹੀਂ ਬਣਾਇਆ, ਮਗਰ ਕੋਈ ਗੱਲ ਸੱਚੀ ਤਾਂ ਕਰ ਲਓ। ਇਹ ਤਾਂ ਔਨ ਰਿਕਾਰਡ ਹੈ। SDM ਦੇ ਦਫ਼ਤਰ 'ਚ ਜੇ ਇਸ ਤਰੀਕੇ ਦੀ ਗੁੰਡਾਗਰਦੀ ਹੋ ਗਈ ਤੇ ਕਾਗਜ਼ ਕਿਵੇਂ ਦਾਖਲ ਹੋਣਗੇ? ਫਿਰ ਚੱਲੂ ਕਿਵੇਂ ਲੋਕਤੰਤਰ? ਇਹ ਦੱਸ ਦੇਣ। ਬ੍ਰਿਗੇਡੀਅਰ ਸਾਹਿਬ, ਕੈਪਟਨ ਸਾਹਿਬ ਖੁਦ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦੇ ਨੇ, ਸੰਕੇਤਿਕ ਚਿੱਠੀ ਵੀ, ਹੋਰ ਵੀ ਕਈ ਲਿਖੇ, ਮੁਲਾਕਾਤ ਵੀ ਸੀ, ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਬਾਰਡਰ ਸਟੇਟ ਦੇ ਨਾਲ ਲੱਗਦੇ ਕਿ ਮਾਹੌਲ ਖਰਾਬ ਹੋ ਰਿਹਾ। ਕੈਪਟਨ ਸਾਹਿਬ ਗ੍ਰਹਿ ਮੰਤਰੀ ਨੂੰ ਚਿੱਠੀ ਲੱਗਦੀ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਹਿਲੇ ਪੰਜਾਬ ਦਾ ਆਪਣਾ ਮਾਹੌਲ ਦੇਖਣਾ ਚਾਹੀਦਾ? ਦੇਖੋ, ਕੈਪਟਨ ਅਮਰਿੰਦਰ ਸਿੰਘ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਰਿਹਾ ਕਿ ਮਾਹੌਲ ਖਰਾਬ ਹੋ ਸਕਦਾ ਹੈ, ਤਾਂ ਉਹ ਆਪ ਹੀ ਮੰਨ ਰਿਹਾ ਕਿ ਮੈਂ ਫੇਲ ਹਾਂ, ਕਿ ਮੈਂ ਨਲਾਇਕ ਹਾਂ, ਮੈਂ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਰੱਖ ਸਕਦਾ ਕਿਉਂਕਿ ਮੈਂ ਆਰਾਮ ਪ੍ਰਸਤ ਮੁੱਖ ਮੰਤਰੀ ਹਾਂ। ਉਹ ਗੱਲ ਤਾਂ ਜੋ ਮੈਂ ਕਹਿ ਰਿਹਾ ਜਾਂ ਜੋ ਲੋਕ ਕਹਿ ਰਹੇ ਆ ਤੇ ਮੁੱਖ ਮੰਤਰੀ ਆਪ ਵੀ ਮੰਨੀ ਜਾਣ ਡਿਆ, ਉਹ ਗੱਲ ਤਾਂ ਸਪਸ਼ਟ ਹੀ ਆ ਜੀ। ਜਿਹੜਾ ਬੰਦਾ ਆਪਦੇ ਦਫ਼ਤਰ ਨਾ ਜਾਵੇ, ਲੋਕਾਂ ਦੀ ਸਾਰ ਨਾ ਲਵੇ, ਉਹਨੂੰ ਕੀ ਪਤਾ ਇੱਕ ਫੋਨ ਤੋਂ ਲਾਈਵ ਹੋਣ ਨਾਲ ਐਤਵਾਰ ਦੇ ਐਤਵਾਰ ਇੱਕ ਦਿਨ ਚੱਲਦੀ ਹੈ ਸਰਕਾਰ, ਉਹ ਵੀ ਘੰਟੇ ਆ, ਇੱਕ 1 ਆਵਰ ਵਾਸਤੇ ਲਾਈਵ ਹੁੰਦੇ ਆ, ਮਨਮਰਜ਼ੀ ਦੇ ਸਵਾਲ ਆਉਂਦੇ, ਉਹਦੇ 4 ਜਵਾਬ ਦੇ ਕੇ ਸਮਝਦੇ ਕਿ ਜੀ ਮੈਂ ਸਟੇਟ ਨੂੰ ਇਹ 1 ਗਵਰਨ ਕਰਤਾ।
ਜੇ ਪੈਰਾਮਿਲਟਰੀ ਫੋਰਸਿਸ ਤੈਨਾਤ ਨਹੀਂ ਹੁੰਦੀਆਂ ਇਸ ਇਲੈਕਸ਼ਨ ਦੇ ਵਿੱਚ ਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਇਲੈਕਸ਼ਨ ਦਾ ਫਿਰ ਕੋਈ ਫਾਇਦਾ ਨਹੀਂ ਰਹਿ ਰਿਹਾ? ਇਹ ਰਿਗਡ ਇਲੈਕਸ਼ਨ ਹੋਣੀ ਆ ਜੀ। ਫਿਰ ਇਲੈਕਸ਼ਨ ਤਾਂ ਹੋਣੀ, ਲੋਕਾਂ ਦੀ ਇਲੈਕਸ਼ਨ ਨਹੀਂ ਹੋਣੀ। ਇਹ ਫਿਰ ਕਾਂਗਰਸੀਆਂ ਦੀ ਧੱਕੇਸ਼ਾਹੀ, ਗੁੰਡਾਗਰਦੀ, ਕਾਂਗਰਸ ਬੂਥ ਕੈਪਚਰਿੰਗ, ਇਹੀ ਕੁਝ ਹੋਣਾ। ਜੇ ਨੋਮੀਨੇਸ਼ਨ ਵੇਲੇ ਹਾਲ ਹੈ, ਜੇ ਕਾਂਗਰਸ ਨੇ ਕੰਮ ਚੰਗਾ ਕੀਤਾ ਤੇ ਘਬਰਾਉਂਦੇ ਕਿਉਂ ਨੇ? ਮੈਂ ਕਹਿੰਦਾ ਵਿਰੋਧੀਆਂ ਦੇ ਕਾਗਜ਼ ਆਪ ਜਾ ਕੇ ਦਾਖਲ ਕਰਾਉਣ। ਚੁਣਾਵ ਦੇ ਮੈਦਾਨ 'ਚ ਫੈਸਲਾ ਲੋਕ ਕਰ ਦੇਣਗੇ। ਮਗਰ ਇਹ ਉਦੋਂ ਹਾਲਾਤ ਪੈਦਾ ਹੁੰਦੇ ਜਦ ਕਾਂਗਰਸ ਨੂੰ ਆਪਣੀ ਕਮਜ਼ੋਰੀ ਸਾਹਮਣੇ ਦਿਸੇ। ਤੇ ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਵੀ ਸੱਦੀ ਹੋਈ। ਤੁਸੀਂ ਸਮਝਦੇ ਹੋ ਯਾਰ, ਜਿਹੜਾ ਬੰਦਾ 2-2 ਮਹੀਨੇ ਜੀ ਦੇ ਦਰਸ਼ਨ ਨਾ ਹੋਣ, ਆਪਦੇ ਵਜ਼ੀਰਾਂ ਨੂੰ ਨਾ ਲੱਦਣ, ਇਹ ਆਲ ਪਾਰਟੀ ਮੀਟਿੰਗ ਕੱਲਾ ਤੇ ਕੱਲਾ ਭਾਜਪਾ ਨੂੰ ਦਿੱਲੀ 'ਚ ਖੁਸ਼ ਕਰਨ ਵਾਸਤੇ ਸੱਦੀ ਹੈ। ਇਹ ਦੇਖੋ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਗੱਲ ਤਾਂ ਅੱਜ ਵੈਸੇ ਗੱਲ ਬੜੀਆਂ ਹੋਰ ਕਰਨੀਆਂ ਸੀ, ਅੱਜ ਗੱਲ ਹੋਰ ਨੂੰ ਪਾਸੇ ਨੂੰ ਚਲੀ ਗਈ ਆ, ਕਿਉਂਕਿ ਇਹ ਜਿਹੜਾ ਲੋਕਤੰਤਰ ਦੇ ਉੱਤੇ ਜੋ ਅੱਜ ਹਮਲਾ ਹੋਇਆ, ਮਗਰ ਬੀਜੇਪੀ ਦੇ ਦਿੱਲੀ ਦੇ ਇਸ਼ਾਰੇ ਤੇ ਤਾਂ ਸਾਰੇ ਕੰਮ ਕਾਂਗਰਸ ਦੀ ਸਰਕਾਰ ਪੰਜਾਬ 'ਚ ਦਿੱਲੀ ਦੇ ਜਿਹੜੇ ਸਾਡੇ ਕਿਸਾਨ ਬੈਠੇ ਆ ਉਹਨਾਂ ਦੀ ਹੱਕ ਦੀ ਗੱਲ ਨਹੀਂ ਕਰ ਰਹੀ, ਉਹਨਾਂ ਦੇ ਉਲਟ ਰਲ ਕੇ ਕੇਂਦਰ ਦੀ ਸਰਕਾਰ ਨਾਲ ਇੱਥੇ ਗੱਲਾਂ ਕਰ ਰਹੀ ਹੈ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ 122 ਬੰਦੇ ਜਿੱਚੇ ਕਈ 80 ਸਾਲਾਂ ਨੇ, ਕਈ 18 ਸਾਲਾਂ ਦੇ ਨੇ, 20 ਸਾਲਾਂ ਦੇ ਨੇ, ਉਹ ਅੰਦਰ ਦਿੱਤੇ ਹੋਏ। ਉਹਨਾਂ ਦੀ ਵਿਚਾਰਿਆਂ ਦੀ ਗਲਤੀ ਕੀ ਆ? ਤਾਂ ਆਪਦੀ ਜ਼ਿੰਦਗੀ ਮੌਤ ਦੀ, ਰੋਜੀ ਰੋਟੀ ਦੀ ਲੜਾਈ ਲੜ ਰਹੇ ਕਿਸਾਨੀ ਦੀ, ਔਰ ਉਹਨਾਂ ਦੀ ਖਬਰ ਹੀ ਕਿਸੇ ਨੂੰ ਨਹੀਂ। ਔਰ ਮੈਂ ਤੁਹਾਨੂੰ ਜਿਹੜੀ ਦੂਜੀ ਗੱਲ ਕਹੀ ਆ, ਅੱਜ ਮੈਂ ਆਪਦੀ ਸਾਰੀ ਟੀਮ ਨਾਲ ਦਿੱਲੀ ਗੱਲ ਕੀਤੀ ਸੀ, ਕਿਉਂਕਿ ਅਸੀਂ ਕਈ ਕੇਸ ਲੜ ਰਹੇ ਹਾਂ। ਔਰ ਰਣਜੀਤ ਸਿੰਘ ਨਾਲ ਵੀ ਦੇਖੋ, ਇੱਕ ਗੁਰੂ ਦੇ ਸਿੱਖ ਨਾਲ, ਅੰਮ੍ਰਿਤਧਾਰੀ ਸਿੰਘ ਨਾਲ, ਕੀ ਪੁਲਿਸ ਦੀ ਉਹ ਫੋਟੋ ਤੁਹਾਨੂੰ 84 ਨਹੀਂ ਯਾਦ ਕਰਾਉਂਦੀ, ਜਿੱਥੇ ਉਹਦੇ ਦਾੜੇ ਤੇ ਉਹਦੇ ਕੇਸਾਂ ਦੀ ਬੇਅਦਬੀ ਜਿਸ ਤਰੀਕੇ ਨਾਲ ਦਾੜੇ ਤੇ ਪੁਲਿਸ ਵਾਲੇ ਨੇ ਪੈਰ ਰੱਖਿਆ, ਕੀ ਉਹ ਪੁਲਿਸ ਲਾਅ ਐਂਡ ਆਰਡਰ ਲਾਗੂ ਕਰ ਰਹੀ ਹੈ ਕਿ ਪੁਲਿਸ ਲਿੰਚਿੰਗ ਆਪ ਕਰ ਰਹੀ ਹੈ? ਔਰ ਉਸ ਸ਼ਖਸ ਨੂੰ ਜਾਂ ਬਾਕੀਆਂ ਨੂੰ ਸਾਡੇ ਐਮਪੀ ਸਾਹਿਬਾਨ ਮਿਲਣਾ ਚਾਹੁੰਦੇ ਸੀ, ਭੈਣ ਜੀ ਹਰਸਿਮਰਤ ਕੌਰ ਬਾਦਲ ਜੀ, ਸੁਖਬੀਰ ਜੀ, ਸਾਹਿਬ ਮਨਜਿੰਦਰ ਸਿੰਘ ਜੀ, ਹਲੇ ਤੱਕ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਅੱਜ ਕੋਰਟ ਨੇ ਨੋਟਿਸ ਲੈ ਲਿਆ ਇਸ ਗੱਲ ਦਾ, ਮਗਰ ਜੇਲ੍ਹ ਕਿਹਦੇ ਕੋਲ ਹੈ? ਪ੍ਰਸ਼ਾਸਨ ਸਾਰਾ ਆਮ ਆਦਮੀ ਪਾਰਟੀ ਕੋਲ ਦਿੱਲੀ 'ਚ। ਉਹ ਕਿਉਂ ਨਹੀਂ ਮਿਲਣ ਦੇ ਰਹੇ? ਕਿਉਂਕਿ ਫਿਰ ਗੱਲ ਰਲੀ ਆ ਦਿੱਲੀ ਨਾਲ। ਸੋ ਇਹ ਜਿਹੜਾ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਕਿਸਾਨੀ ਦਾ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੈ, ਉਸ ਨੂੰ ਟੋਰਪੀਡੋ ਕਰਨ ਵਾਸਤੇ ਜੋ ਫੋਰਸਿਸ ਚੱਲ ਰਹੀਆਂ, ਉਹ ਬੜੇ ਅਫਸੋਸ ਦੀ ਗੱਲ ਆ।